हेलो हेलो। जी, अस्सलाम वालेकुम। वालेकुम सलाम जी। मुश्ताक साहब गल कर रहे हो रक्शे वाले? हाँ जी, हाँ जी। की हाल चाल है जी? अल्लाह दा करम सर। सेहत भी ठीक है जी। शुक्र मालक दा। राणा एजाज अर्ज कर रहे हैं कराची तो। अच्छा जी। बस ਤੁਹਾਡੇ ਨਾਲ ਇੱਕ ਕੰਮ ਸੀਗਾ ਜੀ। हुक्म सर हुक्म। ਅ, ਬਸ ਉਹ ਰਿਹਾਇਸ਼ ਮੇਰੀ ਫੈਸਲਾਬਾਦ ਹੈ ਜੀ। माशाल्लाह जी माशाल्लाह। ਹਾਂਜੀ ਤੇ ਮੈਂ ਜੌਬ ਦੇ ਸਿਲਸਿਲੇ 'ਚ ਕਰਾਚੀ ਹਾਂ ਜੀ। सही। ਤੇ ਉਹ ਬੱਚਿਆਂ ਦੇ ਨਾਲ ਇੱਥੇ ਸ਼ਿਫਟ ਹੋ ਗਿਆ ਸੀ। ਵੈਸੇ ਮੇਰੀ ਜਿਹੜੀ ਹੈ ਪੈਦਾਇਸ਼ ਵੀ ਇੱਥੇ ਦੀ ਹੈ, ਫੈਸਲਾਬਾਦ ਦੀ, ਤੁਹਾਡੇ ਦੀ ਜੀ। अच्छा जी अच्छा। ਹਾਂਜੀ ਤੇ ਅੱਬੂ ਜੀ ਇੱਥੇ ਹੀ ਹੁੰਦੇ, ਸਾਰੀ ਜ਼ਿੰਦਗੀ ਇੱਥੇ ਹੀ ਰਿਹਾ ਮੈਂ, ਪੜ੍ਹਿਆ ਵੀ ਇੱਥੇ ਹੀ ਫੈਸਲਾਬਾਦ ਹੀ ਜੀ। अच्छा जी। ਹਾਂਜੀ ਤੇ ਉਹ ਅੱਬੂ ਜੀ ਨੇ ਨਾ ਸਾਰੀ ਜ਼ਿੰਦਗੀ ਕੀਤੀ ਹੈ ਨੌਕਰੀ ਬੈਂਕ ਦੀ। माशाल्लाह जी चंगी नौकरी है। ਹਾਂਜੀ ਤੇ ਉਹ ਕੋਈ 85 ਕੁ ਸਾਲ ਉਮਰ ਆ ਉਹਨਾਂ ਦੀ। अच्छा जी। ਤੇ ਉਹ 15 ਕੁ ਸਾਲ ਪਹਿਲੇ ਨਾ 20 ਸਾਲ ਪਹਿਲੇ ਰਿਟਾਇਰ ਹੋ ਗਏ ਸੀਗੇ। अच्छा जी। ਫਿਰ ਉਹ ਵਿੱਚ ਬਿਮਾਰ ਹੋ ਗਏ ਜੀ। सही। ਫਿਰ ਉਹਨਾਂ ਦੇ ਜ਼ਿਹਨ 'ਤੇ ਕੋਈ ਅਸਰ ਹੋ ਗਿਆ ओए होए होए। ਤੇ ਉਹ ਹੁਣ ਨਾ ਉਹਨਾਂ ਦੀ ਸੂਈ ਇਹੀ ਅੜੀ ਰਹਿੰਦੀ ਆ ਹਰ ਟਾਈਮ ਕਿ ਜੀ ਮੈਂ ਬੈਂਕ ਚੱਲਿਆ, ਮੈਂ ਬੈਂਕ ਚੱਲਿਆ। अच्छा जी। ਤੇ ਉਹ ਫਿਰ ਮੈਂ ਬੈਂਕ 'ਚ ਗੱਲ ਕੀਤੀ। सही। ਉਹਨਾਂ ਨੇ ਇੱਕ ਟੇਬਲ ਉੱਥੇ ਲਾ ਦਿੱਤਾ ਜੀ। ਬਜ਼ੁਰਗਾਂ ਦਾ। ਹਾਂਜੀ अच्छा। ਮਤਲਬ ਕਿ ਉਹ ਜ਼ੇਨ ਸੂਈ ਅੜ ਗਈ ਨਾ ਜੀ। ਉਹ ਬਸ ਉਹ ਆ ਗਿਆ ਜ਼ੇਨ ਚ ਕਿ ਮੈਂ ਹੁਣ ਫੇਰ ਕੰਮ ਹੀ ਕਰਨਾ। ਹਾਂ ਮੈਂ ਕੰਮ ਹੀ ਕਰਨਾ, ਕਿਉਂਕਿ ਸਾਰੀ ਜ਼ਿੰਦਗੀ 40 ਸਾਲ ਨੌਕਰੀ ਕੀਤੀ ਨਾ। ਵਾਹ ਜੀ ਵਾਹ। ਤੇ ਫਿਰ ਉਹ ਉੱਥੇ ਕੀ ਉਹ ਜ਼ੇਨ ਵਾਪਸ ਚਲਾ ਗਿਆ। ਤੇ ਹੁਣ ਉਹ ਸਵੇਰ 6 ਵਜੇ ਨਾ ਉੱਠ ਕੇ ਤਿਆਰ ਤੁਰ ਹੋ ਕੇ ਆਪਣੇ ਕੱਪੜੇ ਕੁਪੜੇ ਪਾ ਕੇ हाँ जी। ਤੇ ਖੜੇ ਹੋ ਜਾਂਦੇ ਕਿ ਜੀ ਮੈਂ ਚੱਲਿਆ, ਮੈਂ ਚੱਲਿਆ। अच्छा। ਤੇ ਉਹ ਬਸ ਇਹ ਮਸਲੇ ਬਣੇ ਹੋਏ ਸੀ। ਤੇ ਉਹ ਤੁਹਾਡਾ ਨੰਬਰ ਤਾਂ ਸੀ ਇੱਕ ਦੋਸਤ ਨੇ, अच्छा जी। ਇੱਥੇ ਇੱਕ ਪ੍ਰਾਪਰਟੀ ਡੀਲਰ ਨੇ, ਉਹ ਤੁਹਾਨੂੰ ਜਾਣਦੇ ਨੇ, ਸ਼ੁਏਬ ਸਾਹਿਬ। अच्छा 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 अच्छा। ਉਹਨਾਂ ਨੇ ਨੰਬਰ ਤਾਂ ਸੀ, ਕਹਿੰਦੇ ਜੀ ਇਹਨਾਂ ਨਾਲ ਮੁਸ਼ਤਾਕ ਸਾਹਿਬ ਨਾਲ ਗੱਲ ਕਰ ਲਓ हाँ जी। ਤੇ ਤੁਸੀਂ ਨਾ ਜੀ ਅੱਬੂ ਨੂੰ ਲੈ ਕੇ ਜਾਇਆ ਕਰਨਾ किथे जी। ਬੈਂਕ। अच्छा जी। ਤੇ ਬਸ ਲੈ ਗਏ ਤੇ ਵਾਪਸ ਲੈ ਆਏ। अच्छा। ਤੇ ਉਹ ਜਿਹੜੇ ਪੈਸੇ ਹੈਗੇ ਤੁਸੀਂ ਮੇਰੇ ਨਾਲ ਮੁੱਕ ਲੈਣੇ ਜੀ। ठीक है। ਤੇ ਇਹ ਅੱਲਾ ਇਹ ਬਜ਼ੁਰਗਾਂ ਨੂੰ ਲੈਣਾ ਕਿੱਥੋਂ ਆ ਜੀ, ਕਿਹੜੀ ਜਗ੍ਹਾ ਤੋਂ ਲੈਣਾ? ਇਹ ਕਹਿਕਸ਼ਾਂ ਕਲੋਨੀ ਹੈ, ਜੜ੍ਹਾਂ ਵਾਲੇ ਰੋਡ ਤੇ। ਹਾਂਜੀ ਹਾਂਜੀ, ਕੈਕਸ਼ਾ 1 ਕਿ ਕੈਕਸ਼ਾ 2? 2 ਜੀ। ਅੱਛਾ। ਉੱਥੇ ਤੇ 5ਵੀਂ ਮੰਜ਼ਿਲ ਤੇ ਰਿਹਾਇਸ਼ ਹੈ ਸਾਡੀ। ਤੁਹਾਡੀ? ਹਾਂਜੀ ਉੱਥੇ ਅੱਬੂ ਜੀ ਦੀ। ਅੱਛਾ ਜੀ। ਤੇ ਬਸ ਉਹ ਤੋਂ 5ਵੀਂ ਮੰਜ਼ਿਲ ਤੋਂ ਮੋਢਿਆਂ ਤੇ ਚੁੱਕਿਆ ਅੱਬੂ ਨੂੰ। ਇਹ ਮੈਂ ਉਹਨਾਂ ਨੂੰ ਮੋਢੇ ਤੇ ਚੁੱਕ ਕੇ ਲਿਆਇਆ ਕਰਨਾ ਥੱਲੇ? ਹਾਂਜੀ 5ਵੀਂ ਮੰਜ਼ਿਲ ਤੋਂ ਨਾ ਥੱਲੇ ਲਿਆਏ ਅੱਛਾ ਜੀ। ਤੇ ਰਕਸ਼ੇ 'ਚ ਬਿਠਾਇਆ। ਅੱਛਾ। ਤੇ ਉੱਥੇ ਜਿਹੜਾ ਵੱਡਾ ਬੈਂਕ ਨਹੀਂ ਸ਼ਹਿਰ ਵਾਲਾ, ਹਾਂਜੀ ਹਾਂਜੀ। ਜਿਹੜੀ ਵੱਡੀ ਸਾਰੀ ਬਿਲਡਿੰਗ ਆ, ਹਾਂਜੀ। ਉਹ ਪਤਾ ਨਹੀਂ 11ਵੀਂ ਪਤਾ ਨਹੀਂ 12ਵੀਂ ਮੰਜ਼ਿਲ ਤੇ ਹੈਗਾ ਆ ਆਪਣਾ ਬੈਂਕ ਉੱਥੇ। ਅੱਛਾ ਜੀ। ਤੇ ਉੱਥੇ ਮੋਢਿਆਂ ਤੇ ਚੁੱਕ ਕੇ ਲੈ ਗਏ। ਇਹ ਇੱਥੋਂ 5 ਮੰਜ਼ਿਲਾਂ ਤੋਂ ਥੱਲੇ ਮੋਢੇ ਤੇ ਚੁੱਕ ਕੇ ਥੱਲੇ ਲਿਆਉਣਾ? ਹਾਂਜੀ ਤੇ ਸ਼ਹਿਰ ਵਾਲੇ ਬੈਂਕ 'ਚ ਉਹ ਕਿੰਨੀਆਂ ਮੰਜ਼ਿਲਾਂ ਜੀ? ਮੇਰੇ ਖਿਆਲ 11ਵਾਂ 12ਵਾਂ ਦੇਖਿਆ ਨਹੀਂ ਮੈਂ ਬੈਂਕ, ਮੈਨੂੰ ਲੇਕਿਨ ਦੱਸਦੇ ਆ ਕਿ 11 12 ਮੰਜ਼ਿਲਾਂ ਨੇ। ਤੇ ਤੁਸੀਂ ਇਹ ਤੁਹਾਨੂੰ ਪ੍ਰਾਪਰਟੀ ਡੀਲਰ ਨੇ ਕੀ ਦੱਸਿਆ ਸੀ, ਰਕਸ਼ੇ ਵਾਲੇ ਦਾ? ਹਾਂਜੀ ਤੇ ਕੰਮ ਤੁਸੀਂ ਹੈਲੀਕਾਪਟਰ ਵਾਲੇ ਦੱਸਣ ਦਾ ਹੈ ਜੀ? ਬਸ ਅੱਲਾ ਖੈਰ ਕਰੇਗਾ, ਤੁਸੀਂ ਬਸ ਲੈ ਜਾਇਆ ਕਰਿਓ। ਉਹ ਭਾਜੀ ਅੱਲਾ ਰਹਿਮ ਕਰੇ, ਮੈਂ ਰਕਸ਼ੇ ਵਾਲਾ ਹਾਂ, ਮੈਂ ਕਿਹੜਾ ਕੋਈ ਪੱਲੇਦਾਰ ਹਾਂ ਜੀ ਕਿ ਮੈਂ ਪਹਿਲਾਂ ਅੱਬਾ 5 ਮੰਜ਼ਿਲਾਂ ਤੋਂ ਲਾਵਾਂ ਫਿਰ ਅੱਬਾ 11 12 ਮੰਜ਼ਿਲਾਂ ਤੇ ਚੜਾਵਾਂ। ਇਹ ਵੇਖੋ ਜੀ ਕਿਹੜੀ ਗੱਲ ਕਰਨ ਦਾ ਤੁਸੀਂ। ਹਾਂ ਬਸ ਤੁਸੀਂ ਅੱਛੇ ਲੋਕ ਆ, ਅੱਛੇ ਬੰਦੇ ਦੀ ਸਾਨੂੰ ਤਲਾਸ਼ ਸੀਗੀ। ਮਾਸ਼ਾਅੱਲਾ। ਹਾਂਜੀ ਤੇ ਲੈ ਜਾਓ ਜੀ, ਅੱਲਾ ਖੈਰ ਕਰੇ। ਸਵੇਰ ਤੋਂ ਤੁਸੀਂ ਆ ਜਾਓ ਅੱਛਾ। ਤੇ ਲਿਜਾਣਾ ਸ਼ੁਰੂ ਕਰ ਦਿਓ ਉੱਥੇ। ਤੇ ਉਹ ਅਸਲ 'ਚ ਆਪ ਵੀ ਥੱਲੇ ਆ ਸਕਦੇ, ਲੇਕਿਨ ਅੱਬੂ ਜੀ ਦੀ ਨਾ ਐਕਸੀਡੈਂਟ 'ਚ ਲੱਤਾਂ ਗਜ਼ਾਇਆ ਹੋ ਗਈਆਂ ਸੀ ਤੇ ਦੋਨੋਂ ਲੱਕੜ ਦੀਆਂ ਨੇ। ਅੱਛਾ 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 ਦੋਨੋਂ ਅੱਛਾ। ਲੱਤਾਂ ਲੱਕੜ ਦੀਆਂ ਨੇ। ਸਹੀ। ਤੇ ਉਹ ਰਕਸ਼ੇ 'ਚ ਬਿਠਾਇਆ ਹਾਂਜੀ। ਤੇ ਲੱਤਾਂ ਖੋਲ ਕੇ ਕੋਲ ਰੱਖ ਲਈਆਂ ਆਪਣੇ ਤੁਸੀਂ। ਅੱਛਾ, ਮੈਂ ਉਹਨਾਂ ਨੂੰ ਪਹਿਲੇ ਲਾਵਾਂ, ਮੋਢਿਆਂ ਤੇ ਲਾ ਕੇ ਥੱਲੇ ਲਿਆਵਾਂ, ਫਿਰ ਥੱਲੇ ਚਾਬੀਆਂ ਪਾਉਂਦਿਆਂ ਇਕੱਠੇ ਕਰਾਂ, ਉਹਨਾਂ ਦੀਆਂ ਲੱਤਾਂ ਖੋਲਾਂ, ਇਹ ਲੱਤਾਂ ਲਹਿਦਾ ਸੀਟ ਤੇ ਲਾਵਾਂ। ਨਹੀਂ ਨਹੀਂ ਤੇ ਨਹੀਂ, ਹਾਂਜੀ ਪਿੱਛੇ ਨਹੀਂ, ਤੁਸੀਂ ਉਹਨਾਂ ਦੇ ਕੋਲ ਨਹੀਂ ਲੱਤ ਰੱਖਣੀ। ਉਹਦੀ ਵਜ੍ਹਾ ਹੈ ਕਿ ਤੁਸੀਂ ਆਪਣੇ ਧਿਆਨ ਅੱਗੇ ਰਕਸ਼ਾ ਚਲਾਉਂਦੇ ਹੋਵੋ। ਹਾਂਜੀ। ਜ਼ੇਨੀ ਹਾਲਾਤ ਇਦਾਂ ਦੇ ਹੀ ਆ, ਉਹਨਾਂ ਨੂੰ ਹੋਵੇ ਲੱਕੜ ਦੀ ਲੱਤ ਪਿੱਛੇ ਤੁਹਾਡੇ ਸਿਰ 'ਚ ਮਾਰ ਦੇਣ। ਖੈਰ ਹੋਵੇ। ਮਤਲਬ ਹਾਲਾਤ ਇਦਾਂ ਦੇ ਨੇ ਨਾ ਬਸ। ਇਹ ਨਹੀਂ ਅੱਬਾ ਜੀ ਦੇ ਤੁਹਾਡੇ ਦੇ ਤਾਂ ਬੜੇ ਕੰਮ ਹੋਣ ਵਾਲੇ ਆ ਜੀ। ਹੈਂ? ਬਸ ਉਹ ਇਹ ਆ ਕਿ ਤੁਸੀਂ ਘਰ ਦੇ ਬੰਦੇ ਬਣ ਕੇ ਬਸ ਕੰਮ ਕਰੀ ਜਾਈਓ। ਅੱਲਾ ਰਹਿਮ ਕਰੇ, ਜਿਹੜੇ ਘਰ ਦੇ ਆਪ ਅੱਬੇ ਨੂੰ ਛੱਡ ਕੇ ਕਰਾਚੀ ਨਿਕਲ ਗਏ ਆ ਤੇ ਅੱਬੇ ਦੀਆਂ ਸਾਰੇ ਜ਼ਿੰਮੇਵਾਰੀਆਂ ਤੁਸੀਂ ਮੇਰੇ ਤੇ ਪਾਈ ਜਾਂਦੇ ਆ। ਇਹ ਅੱਬਾ ਮੈਂ ਜੰਮਿਆ ਜੀ? ਇਹ ਆ ਕਿ ਬੰਦਾ ਘਰ ਦਾ ਹੋਵੇ ਤਾਂ ਅੱਛਾ ਰਹਿੰਦਾ ਹੈ। ਉਹ ਭਾਈ ਅੱਲਾ ਰਹਿਮ ਕਰੇ, ਮੈਂ ਘਰ ਦਾ ਨਹੀਂ, ਤੁਸੀਂ ਇੱਥੇ ਕਰਾਚੀ ਕੋਈ ਬੈਂਕ ਨਹੀਂ ਹੈਗਾ ਹੈ ਜੀ? ਉਹ ਇਹ ਆ ਕਿ ਉਹ ਮੈਂ ਉੱਥੇ ਗੱਲ ਕੀਤੀ ਬੈਂਕ 'ਚ ਅੱਛਾ। ਤੇ ਉਹ ਟੇਬਲ ਲਾਤਾ। ਬਸ ਤੁਸੀਂ ਇਦਾਂ ਕਰਿਆ ਕਰਨਾ ਕਿ ਉਹਨਾਂ ਨੂੰ ਜਾ ਕੇ ਆਰਾਮ ਨਾਲ ਕੁਰਸੀ ਤੇ ਬਿਠਾਇਆ ਹਾਂਜੀ। ਤੇ ਉਸ ਤੋਂ ਬਾਅਦ ਲੱਤਾਂ ਫਿੱਟ ਕੀਤੀਆਂ ਅੱਛਾ।
ਤੇ ਆਪੇ ਹੀ ਨਾ ਦੂਰੋਂ ਥੋੜੀ ਦੂਰੋਂ ਜਾ ਕੇ ਨਾ ਹਾਂਜੀ। ਕੋਲ ਆ ਕੇ ਕਿਹਾ ਕਿ ਸਰ ਮੈਂ ਕੰਮ ਕਰਾਉਣਾ, ਮੇਰਾ ਚੈੱਕ ਨਹੀਂ ਕੈਸ਼ ਹੋ ਰਿਹਾ। ਅੱਛਾ। ਤੇ ਉਹਨਾਂ ਨੇ ਤੁਹਾਨੂੰ ਕਹਿਣਾ ਹੈ ਕਿ ਕੋਈ ਮਸਲਾ ਹੀ ਨਹੀਂ। ਉਹਨਾਂ ਨੇ ਨਾ ਐਵੇਂ ਹੀ ਝੂਠੇ ਜਿਹੇ ਚੈੱਕ ਤੇ ਨਾ ਤੁਸੀਂ 5-7 ਚੈੱਕ ਜੇਬ 'ਚ ਪਾ ਲੈਣੇ ਆ। ਅੱਛਾ। ਮਤਲਬ ਉਹਨਾਂ ਕੋਲ ਦਸਤਖਤ ਕਰਾ ਕੇ ਐਂ ਨੂੰ ਨਿਕਲ ਗਏ ਹਾਂਜੀ। ਤੇ ਬਾਅਦ 'ਚ ਅੱਧੇ ਘੰਟੇ ਕੁਰਸੀ ਢਾਹ ਕੇ ਤੁਸੀਂ ਸਾਹਮਣੇ ਬੈਠੇ ਰਹਿਣਾ। ਸਹੀ। ਮਤਲਬ ਐਵੇਂ ਚੱਲ ਜਾਵਾਂ ਆ ਜੀ ਮੇਰਾ ਚੈੱਕ ਜਿਹੜਾ ਕੈਸ਼ ਕਰ ਦਿਓ। ਹਾਂ। ਅੱਗੇ ਅੱਗੇ ਜਾ ਕੇ ਆਪੇ ਹੀ ਫੜ ਲਵਾਂ, ਉਹ ਭਾਈ ਇਹ ਕੈਸ਼ ਨਹੀਂ ਹੋਣਾ, ਇੱਥੇ ਤਰੀਕ ਗਾਂ ਦੀ ਪਈ ਆ। ਉਹ ਕੈਸਾ ਤੂੰ ਬੇਵਕੂਫ ਆਦਮੀ ਹੈ ਯਾਰ। ਹੈ ਬਸ ਇਹ ਆ ਕਿ ਉਹਨਾਂ ਨੂੰ ਇਹ ਲੱਗੇ ਕਿ ਮੈਂ ਬੈਂਕ 'ਚ ਹਲੇ ਕੰਮ ਕਰ ਰਿਹਾ। ਉੱਥੇ ਭਾਈ ਅੱਲਾ ਰਹਿਮ ਕਰੇ ਅਬੇ ਆਪਣੇ ਨੂੰ ਕਰਾਚੀ ਲੈ ਜਾ ਕੇ ਕਰਾਚੀ ਸਾਰੀਆਂ ਬੇਸਮੈਂਟ ਦੇ ਵਿੱਚ ਆ ਜਿਹੜੀਆਂ ਬੈਂਕਾਂ ਹੈ। ਬਸ ਇਹ ਆ ਕਿ ਪਾਣੀ ਪੂਣੀ ਨਾਲ ਨਾਲ ਪਿਲਾਈ ਗਏ ਉਹਨਾਂ ਨੂੰ। ਕੀ ਗੱਲ ਨਸੀਰ ਫੁੱਟਦੀ ਆ ਬਾਜੀ ਦੀ ਵੀ ਨਾਲ ਨਾਲ ਪਾਣੀ ਵੀ ਦੇਈ ਜਾਵਾਂ। ਤੇ ਉਹ ਨਾ ਜਿਲੇ ਉਹਨਾਂ ਨੂੰ ਪੈਂਦਾ ਨਾ ਦੌਰਾ ਦੂਰਾ ਜ਼ਹਿਨੀ। ਅੱਛਾ, ਦੌਰੇ ਵੀ ਪੈਂਦੇ ਆ। ਵਾਲ ਵੂਲ ਆਪਣੇ ਪੁੱਟ ਲੈਂਦੇ ਆ। ਕੰਘੀ ਇੱਕ ਤੁਸੀਂ ਜੇਬ 'ਚ ਰੱਖਣੀ ਹੈ। ਅੱਛਾ ਜੀ। ਜਿਲੇ ਆਪਣੇ ਵਾਲ ਵੂਲ ਪੁੱਟਣ ਤੇ ਤੁਸੀਂ ਜਾ ਕੇ ਨਾ ਤੇ ਉਹਨਾਂ ਨੂੰ ਕਹਿਣਾ ਜੀ ਮੈਂ ਤੁਹਾਡਾ ਨਾਈ ਆ ਅੱਛਾ। ਤੇ ਤੁਹਾਡੀ ਮੈਂ ਕਟਿੰਗ ਕਰਨ ਲੱਗਾ। ਤੇ ਉਹਨਾਂ ਨੇ ਆਰਾਮ ਨਾਲ ਬਹਿ ਜਾਣਾ ਤੇ ਕੱਪੜਾ ਕੋਲ ਰੱਖਿਓ ਤੇ ਨਾਈਆਂ ਤਰ੍ਹਾਂ ਕੱਪੜਾ ਪਾਇਆ ਅੱਛਾ। ਤੇ ਸਿਰ ਸੁਰਵਾ ਕੇ ਤੇ ਕੱਪੜਾ ਲਾਤਾ ਤੇ ਉਹਨਾਂ ਨੂੰ ਕਿਹਾ ਜੀ ਤੁਹਾਡੀ ਕਟਿੰਗ ਹੋ ਗਈ ਹੈ ਜੀ। ਇਹ ਫਿਰ ਮੈਂ ਆਪਣੀ ਫੈਮਿਲੀ ਵੇਚ ਦੇਵਾਂ ਕਿਤੇ ਹੈ। ਤੇਰੇ ਅੱਬੇ ਦਾ ਭਾਈ ਖਿਆਲ ਰੱਖਦਾ, ਉਹ ਜਿੰਨੇ ਤੂੰ ਕੰਮ ਦੱਸਣ ਨਾ ਤੇਰੇ ਅੱਬੇ ਦਾ ਬਹੁਤ ਕੰਮ ਹੋਣ ਵਾਲਾ। ਅਨਵਲਟੀ ਪੁੱਲ ਦੇ ਥੱਲੇ ਵਰਕਸ਼ਾਪ ਖੁੱਲੀ ਹੈ, ਕੱਬਿਆਂ ਦਾ ਕੰਮ ਕਰਦੇ ਆ। ਉੱਥੇ ਸਵਾ ਕੁ ਮਹੀਨਾ ਬਾਅਦ ਦਾਖਲ ਕਰਾ ਦੇ ਹੈ ਤੇ ਤੰਦਰੁਸਤ ਹੋ ਜਾਊਗਾ। ਉਹ ਮਰੇ ਆ ਤੂੰ। ਹਾਂ, ਸ਼ੇਬ ਸਾਹਿਬ ਭਲੇ ਲੋਕ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਰਾਣਾ ਸਾਹਿਬ ਜਿੱਦਾਂ ਦੇ ਤੁਸੀਂ ਲੋਕ ਆ ਨਾ, ਤੁਹਾਨੂੰ ਬੰਦਾ ਅੱਗੋਂ ਚਾਹੀਦਾ ਉੱਡਾ ਅੱਛਾ। ਹਾਂ। ਫਿਰ ਉਹਨਾਂ ਨੇ 15 ਦਿਨ ਲਾ ਕੇ ਨਾ ਤੁਹਾਡਾ ਦੇਖਿਆ 5-7 ਬੰਦੇ। ਫਿਰ ਉਹਨਾਂ ਨੇ ਇੱਕ ਬੰਦਾ ਚੁਣਿਆ, ਕਹਿੰਦੇ ਜੀ ਮੁਸ਼ਤਾਕ ਸਾਹਿਬ ਜਿਹੜੇ ਨੇ ਨਾ ਜੀ ਇਹ ਹੀ ਤੁਹਾਡੇ ਬਾਰੇ ਚ ਆਉਣਗੇ ਕਿਉਂਕਿ ਬਹੁਤ ਸ਼ਰੀਫ ਤੇ ਨੇਕ ਆਦਮੀ ਨੇ। ਨਹੀਂ ਸ਼ਰੀਫ ਤੂੰ ਵੀ ਬੜਾ, ਅੱਜ ਜੀ ਤੇਰੇ ਚ ਬਹੁਤ ਆ। ਗੱਲਾਂ ਤੇਰੀਆਂ ਸਾਰੀਆਂ ਬਕਵਾਸ ਆ। ਕੈਸਾ ਘਟੀਆ ਬੰਦਾ ਯਾਰ ਤੂੰ। ਲੈ ਉੱਥੇ ਮੈਂ ਅੱਬੇ ਦੇ ਕੋਲ ਬੈਠਾ ਰਵਾਂ, ਉਹ ਝੂਠਾ ਮੂਠਾ ਚੈੱਕ ਦੇਵਾਂ, ਮੁੜ ਕੇ ਕੈਸ਼ ਕਰਾਉਣ ਜਾਵਾਂ। ਇਹ ਕਿਹੜੇ ਕੰਮੀ ਦੱਸਣ ਡਿਆ ਯਾਰ ਤੂੰ ਮੈਨੂੰ। ਦੁਪਹਿਰ ਦਾ ਲੰਚ ਜਿਹੜਾ ਆ ਅੱਬੂ ਜੀ ਨੂੰ ਨਾ ਨਾਨ ਟਿੱਕੀ ਬਹੁਤ ਪਸੰਦ ਆ। ਯਾਰ ਹੋਵੇ ਇਹ ਅੱਬਾ ਕਿਤੇ ਇਹ ਉਹ ਮੈਚ ਵਾਲਿਆਂ 'ਚ ਫੜਿਆ ਤੂੰ। ਲੈ ਅੱਬਾ ਨਾਨ ਟਿੱਕੀ ਵੀ ਖਾਂਦਾ ਬਈ। ਇਹ ਆ ਕਿ ਦੁਪਹਿਰ ਨੂੰ ਬਿੱਬ ਬੰਨੀ ਉਹਨਾਂ ਦੇ ਹਾਂ। ਕਿ ਛਿੱਟੇ ਛੁੱਟੇ ਨਾ ਪੈ ਜਾਣ ਕੱਪੜਿਆਂ ਤੇ। ਅੱਛਾ। ਆਰਾਮ ਨਾਲ ਬਿੱਬ ਬੰਨੀ ਹਾਂ। ਤੇ ਮਾੜੀ ਮਾੜੀ ਬੁਰਕੀ ਤੋੜੀ ਗਏ ਹਾਂ। ਤੇ ਖਵਾਈ ਗਏ। ਉਹ ਜਿਹੜੇ ਤੁਸੀਂ ਉਹਨੂੰ ਕਹੋਗੇ ਨਾ ਕਾਕਾ ਖਾ ਲੈ, ਕਾਕਾ ਖਾ ਲੈ, ਹਾਂ। ਤੇ ਫਿਰ ਉਹ ਬੜੇ ਆਰਾਮ ਨਾਲ ਖਾਂਦੇ ਆ। ਉਹ ਕਿਤੇ ਕਿਤੇ ਉਹਨਾਂ ਨੂੰ ਇਹ ਵੀ ਮਹਿਸੂਸ ਹੋਣ ਲੱਗ ਪੈਂਦਾ ਕਿ ਜਿਹੜੇ ਰੋਟੀ ਖਾਂਦੇ ਆ ਨਾ, ਅਸੀਂ ਰੋਟੀ ਖਵਾਉਂਦੇ ਆ, ਹਾਂ। ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਤੁਹਾਡੀ ਉਮਰ ਹੈਗੀ 2 ਸਾਲ। ਅੱਛਾ। ਤੇ ਫਿਰ ਉਹ ਲਾਡੀਆਂ ਲੂਡੀਆਂ ਕਰਕੇ ਖਾਂਦੇ ਨੇ ਇਦਾਂ। ਬੱਲੇ ਬੱਲੇ ਬੱਲੇ। ਹਾਂਜੀ ਯਾਰ ਤੁਸੀਂ ਤੇ ਅੱਬਾ ਨਾ, ਤੁਸੀਂ ਮੈਨੂੰ ਅੱਬਾ ਇੰਜ ਵਾ ਤੁਹਾਡਾ ਜਿਵੇਂ ਤੁਸੀਂ ਮੈਨੂੰ ਗੋਦ ਦੇਣ ਲੱਗੇ ਆ ਹੈ। ਉਹ ਕੈਸਾ ਯਾਰ ਤੂੰ ਬੰਦਾ ਹੈਗਾ, ਤੇਰੀ ਅਕਲ ਨਹੀਂ ਕੰਮ ਕਰਦੀ। ਲੈ ਅੱਬਾ ਤੇਰਾ 85 ਸਾਲ ਦਾ, ਮੈਂ ਉਹਨੂੰ 2 ਸਾਲ ਦਾ ਕਹਾਂ ਖਾ ਜਾ। ਉਹ ਮੇਰਾ ਛੋਨਾ, ਉਹ ਮੇਰਾ ਕਾਕਾ, ਉਹ ਡੁੱਬ ਕੇ ਮਰ ਜਾ ਕਿਤੇ। ਹੋ ਬਸ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੇ ਦੋਸਤ ਸਾਨੂੰ ਮਿਲੇ। ਉਹ ਤੂੰ ਬੜਾ ਜ਼ਲੀਲ ਇਨਸਾਨ ਆ ਓਏ। ਮੈਂ ਤੇਰਾ ਦੋਸਤ ਕੋਈ ਨਹੀਂ। ਤੇ ਇਹ ਅੱਬਾ ਕਾਕਾ ਕਿਤੇ ਆਪਣਾ ਕਰਾਚੀ ਲੈ ਜਾ। ਸਮਝ ਲੱਗੀ ਆ ਕਿ ਨਹੀਂ। ਤੇ ਅੱਬਾ ਤੇਰਾ ਰੇਹੜੀ 'ਚ ਪਾ ਕੇ ਝੰਗ ਬਾਜ਼ਾਰ ਮੰਗਣ ਵਾਲਾ ਕੰਮ ਆ। ਸਮਝ ਲੱਗੀ ਆ ਕਿ ਨਹੀਂ। ਤੂੰ ਕਹਿਣਾ ਪਿਆ ਜੀ ਅੱਬਾ। ਯਾਰ ਕੈਸਾ ਤੂੰ ਖਬੀਸ ਆਦਮੀ ਆ ਬਈ ਹੈ। ਬਸ ਇਹ ਆ ਕਿ ਤੁਸੀਂ ਦੋਸਤ ਬਣ ਜਾਣਾ ਉਹਨਾਂ ਦੇ। ਕਿਹਨਾਂ ਦੇ? ਅੱਬੂ ਜੀ ਦੇ। ਇਹ ਜਿੰਨੀਆਂ ਤੂੰ ਅੱਬੇ ਦੀਆਂ ਕੁਆਲਿਟੀਆਂ ਦੱਸੀਆਂ ਨਾ, ਮੈਂ ਅੱਬੇ ਦਾ ਦੁਸ਼ਮਣ ਵੀ ਨਹੀਂ ਬਣ ਕੇ ਰਾਜੀ। ਤੈਨੂੰ ਮੈਂ ਦੱਸ ਦਵਾਂ। ਹਾਏ ਹਾਏ ਹਾਏ, ਬਸ ਇਹ ਦੁਨੀਆਦਾਰੀ ਦੇ ਮਾਮਲੇ ਨੇ। ਉਹ ਦੁਨੀਆਦਾਰੀ ਦੇ ਆ ਭਰਾਵਾ, ਇਹ ਤੁਹਾਡੇ ਘਰ ਦੇ ਮਾਮਲੇ ਆਪ ਨਜਿੱਠਾਣ ਕੇ। ਨਾਲੇ ਜੋ ਪੁੱਤ ਸੇਵਾ ਕਰਦੇ ਨਾ ਮਾਪਿਆਂ ਦੀ, ਉਹ ਰਕਸ਼ੇ ਵਾਲੇ ਕਿੱਥੇ ਕਰਦੇ ਆ। ਹਾਂ। ਤੇ ਕਿਸੇ ਟਾਈਮ ਅਗਰ ਅੱਬੂ ਜੀ ਸ਼ੌਕ ਨਾ ਕਹਿਣ ਨਾ ਕਿ ਮੈਂ ਰਕਸ਼ਾ ਚਲਾਉਣਾ ਹੈ, ਅੱਛਾ, ਤੇ ਆਰਾਮ ਨਾਲ ਸਟਾਰਟ ਕਰਕੇ ਅੱਗੇ ਬਿਠਾ ਦਿਓ, ਆਪ ਤੁਸੀਂ ਪਿੱਛੇ ਬਹਿ ਜਾਈਓ। ਅੱਛਾ ਮੈਂ ਪਿੱਛੇ ਬਹਿ ਜਾ ਕਰਾਂ। ਹਾਂਜੀ। ਤੇ ਇਹ ਬ੍ਰੇਕ ਕਾਹਦੇ ਨਾਲ ਆਇਆ ਕਰਨੀ ਆ ਬਾਜੀ ਨੇ ਹੈ। ਦੱਸ ਦੇ। ਉਹ ਕੁੱਤਿਆ ਬੋਲਦਾ ਨਹੀਂ। ਲੱਤਾਂ ਨਾ। ਲੱਤਾਂ ਤੇ ਮਾਮਾ ਤੂੰ ਖਲਵਾ ਕੇ ਪਹਿਲੇ ਪਿੱਛੇ ਰਖਾਤੀਆਂ ਹੈ। ਕੈਸਾ ਯਾਰ ਤੂੰ ਬੰਦਾ, ਮੈਨੂੰ ਤੇਰੀ ਸਮਝ ਨਹੀਂ ਆਉਣ ਡਈ। ਨਹੀਂ, ਉਹ ਲੱਕੜ ਦੀ ਲੱਤ ਜਿਹੜੀ ਨਾ ਹੱਥ 'ਚ ਫੜ ਲੈਣਗੇ ਨਾ, ਤੇ ਇਹ ਸਟੀਅਰਿੰਗ ਮੈਂ ਫੜ ਲਵਾਂ ਪਿੱਛੋਂ। ਬੱਲੇ ਉਹ ਤੇਰੇ ਕੰਜਰਾ, ਕਿਹੜੀ ਜਾਤ ਸਿਖਾਉਣ ਡਿਆ ਅੱਬੇ ਨੂੰ। ਸਵੇਰੇ 5 ਵਜੇ ਚਲੇ ਗਏ, ਆਰਾਮ ਨਾਲ ਬੈੱਡ ਤੋਂ ਉਠਾਇਆ, ਨਵਾਇਆ ਧੁਆਇਆ, ਅੱਛੇ ਤਰੀਕੇ ਨਾਲ ਕੱਪੜੇ ਬਦਲੇ। ਉਹ ਤੂੰ ਮੈਨੂੰ ਇਹ ਦੱਸ ਦੇ, ਮੈਂ ਰਕਸ਼ੇ ਵਾਲਾ ਕਿ ਤੇਰੇ ਅੱਬੇ ਦੀ ਦਾਈ ਆ ਹੈ। ਸਵੇਰੇ ਉਹਨੂੰ ਜਾ ਕੇ ਠਾਵਾਂ ਵੀ, ਉਹਨੂੰ ਨਵਾਵਾਂ ਵੀ ਹੈ। ਹਾਂ ਬਸ ਇਹ ਕਿ ਸ਼ੇਪ ਸ਼ੂਪ ਅੱਛੇ ਤਰੀਕੇ ਨਾਲ ਕੀਤੀ, ਮੂੰਹ ਤੇ ਕਰੀਮ ਲਾਈ,
ਇੰਜ ਮਜ਼ੇਦਾਰ ਜਿਹਾ ਅੱਬਾ ਬਣਾ ਕੇ ਤੇ ਫਿਰ ਲੈ ਕੇ ਜਾਇਆ ਕਰੀ। ਇਹ ਅੱਬਾ ਵਾ ਕੇ ਨਰਗਸ ਆ ਹੈ ਸਵੇਰ ਨੂੰ ਉਹਦੀ ਸਫਾਈਆਂ ਵੀ ਕਰਾਂ ਉਹਦੀਆਂ ਸ਼ੇਪਾਂ ਵੀ ਕਰਾਂ ਹੈ ਅੱਬਾ ਫੰਕਸ਼ਨ ਤੇ ਚੱਲਾ ਕਿਤੇ ਉਹ ਢੇਠਿਆ ਉਹ ਕਿਤੇ ਡੁੱਬ ਕੇ ਮਾਰ ਓਏ ਹਾਏ ਹਾਏ ਹਾਏ। ਇਹ ਤੇਰਾ ਅੱਬਾ ਜਿਹੜਾ ਨਾ ਹੁਣ ਇਹ ਕਿਸੇ ਫਰਿਸ਼ਤੇ ਨੂੰ ਸੌਂਪ ਦੇ ਇਹ ਬੰਦਿਆਂ ਨੂੰ ਸੌਂਪਣ ਵਾਲਾ ਨਹੀਂ। ਵਾਹ ਵਾਹ ਯਾ ਅੱਲਾ, ਤੇਰੇ ਬਹੁਤ ਅੱਛੇ ਅੱਛੇ ਲੋਕ ਇਸ ਦੁਨੀਆ 'ਚ ਮੌਜੂਦ ਨੇ। ਆਏ ਹਾਏ 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 ਉਹ ਤੇਰਾ ਕਿਤੇ ਥੇ ਹੋ ਜਾਵੇ ਉਹ ਤੇਰਾ ਕਿਤੇ ਚੱਕਿਆ ਜਾਵੇ ਉਹ ਤੂੰ ਉਹ ਬੇਹਦਿਆਤਿਆ ਹੈ। ਵਾਹ ਵਾਹ ਵਾਹ, ਅੱਲਾ ਨੇ ਐਸਾ ਬੰਦਾ ਟਕਰਾਇਆ। ਅੱਲਾ ਕਰੇ ਕਿਤੇ ਤੇਰੀ ਟੱਕਰ ਲੱਗੇ ਕਿਤੇ ਉਹ ਬੇਹਯਾਵਾ ਉਹ ਪਿਓ ਨੂੰ ਉੱਥੇ ਲੈ ਜਾ ਉੱਥੇ 4 ਦਿਨ ਸੇਵਾ ਕਰ ਲਾ ਪਿਓ ਦੀ। ਵਾਹ ਵਾਹ, ਬਸ ਸਵੇਰ ਤੋਂ ਤੁਸੀਂ ਚਲੇ ਜਾਓ ਜੀ। ਕੌਣ ਚਲ ਜਾਵੇ? ਤੁਸੀਂ ਉਹ ਮੈਂ ਨਹੀਂ ਕਿਤੇ ਵੀ ਜਾਣਾ। ਅੱਲਾ ਰਹਿਮ ਕਰੇ ਮੈਂ ਆਪਣੇ ਕੰਮ ਦੇ ਨਾਲ ਸੰਸੀਅਰ ਆ ਮੈਂ ਨਹੀਂ ਕਿਤੇ ਵੀ ਜਾਣਾ ਮੇਰੇ ਕੋਈ ਜ਼ਿੰਮੇਵਾਰੀ ਨਹੀਂ ਚੱਕ ਹੁੰਦੀ। ਬਸ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਸ਼ੁਏਬ ਸਾਹਿਬ ਨੇ, ਕਹਿੰਦੇ ਸੀ ਬੜੇ ਜ਼ਿੰਮੇਦਾਰ ਨੇ। ਬੜੇ ਜ਼ਿੰਮੇਦਾਰ ਨੇ ਨਾ ਤੂੰ ਅਜੇ ਤੱਕ ਮੇਰੇ ਨਾਲ ਮਹੀਨਾ ਮੁੱਕਿਆ ਹੈ ਕਿ ਦੇਣਾ ਕੀ ਆ ਤੇ ਨਹੀਂ, ਮੈਂ ਐਵੇਂ ਅੱਬੇ ਤੇਰੇ ਨੂੰ ਲੈ ਕੇ ਫਿਰੀ ਜਾਵਾਂ। ਨਹੀਂ ਨਹੀਂ, ਉਹ ਪੇਮੈਂਟ ਦੀ ਐਸੀ ਕੋਈ ਗੱਲ ਨਹੀਂ ਹੈਗੀ। ਬੰਦੇ ਤੇ ਇੱਥੇ 6-6 700 ਰੁਪਏ ਵੀ ਮੰਗ ਰਹੇ ਸੀਗੇ ਤੇ ਮਹੀਨੇ ਦਾ। ਮਹੀਨੇ ਦਾ 6-700 ਰੁਪਈਆ ਹਾਂਜੀ ਤੇ ਲੇਕਿਨ ਅੱਬੇ ਨੂੰ 5 ਮੰਜ਼ਿਲਾਂ ਤੋਂ ਲਾਣਾ ਮੋਢਿਆਂ ਤੇ ਰੱਖ ਕੇ ਤੇ 11 ਮੰਜ਼ਿਲਾਂ ਤੇ ਚੜਾਉਣਾ 600 ਇਹ ਰਕਮ ਬਹੁਤੀ ਨਹੀਂ। ਹਾਂ ਸ਼ੁਏਬ ਸਾਹਿਬ ਕਹਿੰਦੇ ਸੀ ਘੱਟ ਕਰਾ ਦਿਆਂਗੇ, ਕਹਿੰਦੇ 4-450 ਕਰਾ ਉਹ ਦਿਆਂਗੇ। ਦੁਰ ਫਿਟਮੂ ਤੇਰਾ ਤੇ ਤੇਰੇ ਸ਼ਵੇਬ ਸਾਹਿਬ ਦਾ ਵੀ ਹੋ ਗਿਆ ਘਟਦਾ ਨਹੀਂ ਤੂੰ ਓਏ ਉਹ ਤੇਰੇ ਤੇ ਲਾਨਤ ਕਿਉਂ ਵੇ ਉਹ 6-700 ਕਹਿਣ ਡਿਆ ਤੇ ਮੈਂ ਗੱਲ ਕੀਤੀ ਤੇ ਉਹ ਚੋਂ ਵੀ ਘਟਾਉਣ ਡਿਆ ਉਹ ਕਿਤੇ ਡੁੱਬ ਕੇ ਮਰ ਜਾ ਉਹ ਸਮੁੰਦਰ ਤੇਰੇ ਨੇੜੇ ਨਹੀਂ ਪੈਂਦਾ ਕਰਾਚੀ ਹੈ ਲਾਨਤ ਆ ਮਾਰਿਆ। 5 ਵਜੇ ਸਵੇਰ ਪਹੁੰਚ ਜਾਈਓ। ਉਹ 5 ਵਜੇ ਮੈਂ ਲਾਸ਼ ਚੱਕਣ ਜਾਣੀ ਅੱਬੇ ਦੀ 5 ਵਜੇ ਪਹੁੰਚ ਜਾਈ। ਆ ਜਾਓ ਫਿਰ ਸਵੇਰੇ। ਹੈ ਕਿੱਥੇ ਆ ਜਾਵਾਂ ਉਹ ਤੇਰੀ ਲਾਸ਼ ਹੋ ਜਾ ਮੈਨੂੰ ਕਰਾਚੀ ਦਾ ਐਡਰੈਸ ਦੇ ਮੈਂ ਆਣ ਕੇ ਤੈਨੂੰ ਜੁੱਤੀਆਂ ਮਾਰਾਂ ਉੱਤੇ। ਚਲੋ ਮੈਂ ਹੁਣ ਅੱਬੂ ਨੂੰ ਕਹਿ ਦਿੰਨਾ ਕਿ ਆ ਰਹੇ ਮੁਸ਼ਤਾਕ ਸਾਹਿਬ। ਓਏ ਅੱਬੇ ਆਪਣੇ ਨੂੰ ਨਾ ਕਹੀਓ ਮੁਸ਼ਤਾਕ ਮਰ ਗਿਆ ਸਮਝ ਲੈ ਮੁਸ਼ਤਾਕ ਨੂੰ ਕਹਿ ਦਿੰਨਾ ਐਡਾ ਮਾਮਾ ਮੇਰਾ ਵਾਕਫ ਤੂੰ ਤੇ ਆ ਜਾਓ ਜੀ। ਮੈਂ ਹਾਂ ਜੀ ਉਹ ਤੈਨੂੰ ਆਵੇ ਕਿਸੇ ਦੀ ਆਈਆ ਮੈਂ ਨਹੀਂ ਆਉਣਾ ਅੱਬਾ ਉੱਥੇ ਲੈ ਜਾ ਕਿਤੇ ਦਫਾ ਉੱਪਰ ਕਿਤੇ ਫੋਨ ਬੰਦ ਕਰ। ਚਲੋ ਜੀ ਮੈਂ ਫੋਨ ਨੂੰ ਰੱਖਣ ਲੱਗਾ ਤਾਂ ਪਹੁੰਚ ਜਾਓ ਸਵੇਰੇ ਪਹੁੰਚ ਜਾਈਏ ਜੀ। ਉਹ ਮੈਂ ਨਹੀਂ ਪਹੁੰਚਣਾ ਅੱਲਾ ਕਰੇ ਤੇਰਾ ਅੱਬਾ ਮੇਰੇ ਜਾਣ ਤੋਂ ਪਹਿਲਾਂ ਹੀ ਪਹੁੰਚ ਜਾਵੇ। ਚੰਗਾ ਜੀ ਫਿਰ। ਉਹ ਚੰਗਾ ਤੇਰੇ ਤੇ ਲਾਨਤ ਪਰ ਫੋਨ ਬੰਦ ਕਰ ਕਿਤੇ ਉਹ ਤੇਰੇ ਤੇ ਲਾਨਤ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰ ਦਿੱਤਾ ਤੂੰ। ਚੰਗਾ ਜੀ ਫਿਰ। ਉਹ ਚੰਗਾ ਤੂੰ ਮੈਨੂੰ